ਬੱਚਿਓ, ਤੁਹਾਡਾ ਅੱਜ ਦਾ ਲੈਸਨ ਹੈ ਲੈਸਨ ਨੰਬਰ 8 ਕਾਠ ਦਾ ਘੋੜਾ। ਇਹ ਜਿਸ ਦੇ ਲੇਖਕ ਨੇ ਮਨਮੋਹਨ ਸਿੰਘ ਦਾਓ। ਬੱਚਿਓ, ਬਹੁਤ ਪੁਰਾਣੀ ਗੱਲ ਹੈ। ਇੱਕ ਵਾਰ ਇੱਕ ਰਾਜਾ ਸੀ। ਉਸ ਦੀ ਕੋਈ ਔਲਾਦ ਨਹੀਂ ਸੀ। ਉਸ ਨੇ ਬਹੁਤ ਇਲਾਜ ਕਰਵਾਇਆ ਪਰ ਉਸ ਦੀ ਰਾਣੀ ਦਾ ਕੋਈ ਬੱਚਾ ਨਾ ਹੋਇਆ। ਇੱਕ ਦਿਨ ਰਾਜਾ ਆਪਣੇ ਮੰਤਰੀ ਨਾਲ ਘੋੜੇ 'ਤੇ ਸਵਾਰ ਹੋ ਕੇ ਜੰਗਲ ਵੱਲ ਸੈਰ ਨੂੰ ਜਾ ਰਿਹਾ ਸੀ। ਜੰਗਲ ਵਿੱਚ ਉਸ ਨੂੰ ਇੱਕ ਲੜਕੀ ਮਿਲੀ ਜੋ ਤੀਲੇ ਚੁਗ ਰਹੀ ਸੀ। ਲੜਕੀ ਬਹੁਤ ਸੁੰਦਰ ਸੀ। ਰਾਜੇ ਨੇ ਉਸ ਤੋਂ ਪੁੱਛਿਆ ਕਿ ਤੂੰ ਇੱਥੇ ਸੁਨਸਾਨ ਜੰਗਲ ਵਿੱਚ ਇਕੱਲੀ ਕੀ ਕਰ ਰਹੀ ਹੈ। ਉਸਨੇ ਕਿਹਾ ਕਿ ਰੋਟੀਆਂ ਪਕਾਉਣ ਲਈ ਲੱਕੜੀਆਂ ਇਕੱਠੀਆਂ ਕਰ ਰਹੀ ਹਾਂ। ਰਾਜੇ ਨੇ ਕਿਹਾ ਕਿ ਤੂੰ ਆਪਣੀ ਮਾਂ ਨਾਲ ਕਿਉਂ ਨਹੀਂ ਆਈ। ਤਾਂ ਉਸਨੇ ਕਿਹਾ ਕਿ ਮਾਂ ਤਾਂ ਮੇਰੀ ਹੈ ਨਹੀਂ, ਪਿਤਾ ਬਿਮਾਰ ਹੈ। ਰਾਜੇ ਨੇ ਕਿਹਾ ਕਿ ਤੂੰ ਸਾਨੂੰ ਆਪਣੇ ਪਿਤਾ ਜੀ ਕੋਲ ਲੈ ਜਾ ਸਕਦੀ ਹੈ। ਲੜਕੀ ਉਹਨਾਂ ਨੂੰ ਆਪਣੇ ਪਿਤਾ ਜੀ ਕੋਲ ਲੈ ਗਈ। ਮੰਤਰੀ ਨੇ ਉਸ ਦੇ ਪਿਤਾ ਅੱਗੇ ਰਾਜੇ ਲਈ ਉਸ ਦੀ ਲੜਕੀ ਦੇ ਰਿਸ਼ਤੇ ਦੀ ਗੱਲ ਕੀਤੀ। ਮੰਤਰੀ ਨੇ ਕਿਹਾ ਕਿ ਰਾਜੇ ਦੀ ਕੋਈ ਔਲਾਦ ਨਹੀਂ ਹੈ, ਵੱਡੀ ਰਾਣੀ ਦੇ ਕੋਈ ਬੱਚਾ ਨਹੀਂ ਹੈ, ਇਸ ਲਈ ਉਹ ਦੂਜਾ ਵਿਆਹ ਕਰਾਉਣਾ ਚਾਹੁੰਦਾ ਹੈ। ਪਹਿਲਾਂ ਤਾਂ ਬੁੱਢਾ ਨਹੀਂ ਮੰਨਿਆ ਪਰ ਬਾਅਦ ਵਿੱਚ ਉਹ ਉਸ ਦੀ ਗੱਲ ਮੰਨ ਗਿਆ ਤੇ ਉਸ ਨੇ ਆਪਣੀ ਲੜਕੀ ਦਾ ਵਿਆਹ ਰਾਜੇ ਨਾਲ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਰਾਣੀ ਦਾ ਬੱਚਾ ਹੋਣ ਵਾਲਾ ਸੀ ਤਾਂ ਵੱਡੀ ਰਾਣੀ ਦੇ ਮਨ ਵਿੱਚ ਨਫ਼ਰਤ ਆ ਗਈ ਕਿ ਹੁਣ ਤਾਂ ਉਸ ਨੂੰ ਕੋਈ ਨਹੀਂ ਪੁੱਛੇਗਾ। ਇਸ ਲਈ ਉਸ ਨੇ ਦਾਈ ਨਾਲ ਇੱਕ ਸਕੀਮ ਬਣਾਈ ਕਿ ਜਦੋਂ ਉਸ ਦਾ ਬੱਚਾ ਹੋਵੇਗਾ ਉਸ ਵੇਲੇ ਰਾਣੀ ਨਾਲ ਇੱਕ ਪੱਥਰ ਲਿਟਾ ਦਿੱਤਾ ਜਾਵੇ। ਦਾਈ ਨੇ ਤੇ ਉਸ ਨੇ ਆਪਣੇ ਸੋਨੇ ਦਾ ਹਾਰ ਦੇਣ ਦਾ ਲਾਲਚ ਦੇ ਦਿੱਤਾ। ਜਿਸ ਵੇਲੇ ਛੋਟੀ ਰਾਣੀ ਦਾ ਬੱਚਾ ਹੋਇਆ ਉਸ ਵੇਲੇ ਵੱਡੀ ਰਾਣੀ ਨੇ ਦਾਈ ਨਾਲ ਮਿਲ ਕੇ ਰਾਜਕੁਮਾਰ ਨੂੰ ਚਾਟੀ ਵਿੱਚ ਪਾ ਕੇ ਬਾਗ ਵਿੱਚ ਦਬਵਾ ਦਿੱਤਾ ਤੇ ਛੋਟੀ ਰਾਣੀ ਦੇ ਨਾਲ ਪੱਥਰ ਪਾ ਦਿੱਤਾ। ਦੋਹਾਂ ਨੇ ਮਹਿਲਾਂ ਵਿੱਚ ਰੌਲਾ ਪਾ ਦਿੱਤਾ ਕਿ ਰਾਣੀ ਨੇ ਪੱਥਰ ਜੰਮਿਆ ਹੈ। ਰਾਜੇ ਨੂੰ ਇਹ ਸੁਣ ਕੇ ਬੜਾ ਦੁੱਖ ਵੀ ਹੋਇਆ ਤੇ ਹੈਰਾਨੀ ਵੀ ਹੋਈ। ਛੋਟੀ ਰਾਣੀ ਨੂੰ ਰਾਜੇ ਤੋਂ ਸਜ਼ਾ ਦਵਾ ਦਿੱਤੀ ਕਿ ਉਹ ਪਾਟੇ ਪੁਰਾਣੇ ਕੱਪੜੇ ਪਵਾ ਕੇ ਸਾਰਾ ਦਿਨ ਛੱਤ ਤੇ ਕਾਂ ਨੂੰ ਉਡਾਉਂਦੀ ਰਹੇਗੀ। ਅਗਲੀ ਸਵੇਰ ਜਦੋਂ ਮਾਲੀ ਬਾਗ ਨੂੰ ਪਾਣੀ ਦੇਣ ਗਿਆ, ਖਾਲ ਫੁੱਟਣ ਲੱਗੇ। ਜਦੋਂ ਉਸਨੇ ਕਹੀ ਜ਼ਮੀਨ 'ਤੇ ਮਾਰੀ ਤਾਂ ਕਹੀ ਚਾਟੀ ਵਿੱਚ ਜਾ ਵੱਜੀ ਤੇ ਖੜਾਕ ਦੀ ਆਵਾਜ਼ ਆਈ। ਮਾਲੀ ਨੇ ਦੇਖਿਆ ਕਿ ਇਸ ਚਾਟੀ ਵਿੱਚ ਤਾਂ ਇੱਕ ਬੱਚਾ ਸੀ। ਉਸ ਨੂੰ ਲੱਗਿਆ ਕਿ ਸ਼ਾਇਦ ਇਹ ਰਾਜਕੁਮਾਰ ਹੀ ਹੋਵੇ। ਉਸ ਨੂੰ ਉਹ ਆਪਣੇ ਘਰ ਲੈ ਗਿਆ। ਬੱਚਾ ਵੱਡਾ ਹੋ ਗਿਆ। ਇੱਕ ਦਿਨ ਪਿੰਡ ਵਿੱਚ ਮੇਲਾ ਸੀ। ਉਹ ਮਾਲੀ ਨਾਲ ਮੇਲੇ ਵਿੱਚ ਗਿਆ। ਉੱਥੋਂ ਉਸਨੇ ਲੱਕੜੀ ਦਾ ਘੋੜਾ ਅਤੇ ਤੀਰ ਕਮਾਨ ਖਰੀਦਿਆ। ਅਗਲੇ ਦਿਨ ਸ਼ਾਮ ਦਾ ਸਮਾਂ ਸੀ। ਮਾਲੀ ਖੂਹ ਦੇ ਨੇੜੇ ਪਸ਼ੂ ਨੂੰ ਪਾਣੀ ਪਿਲਾ ਰਿਹਾ ਸੀ। ਰਾਜਾ ਵੀ ਸੈਰ ਕਰਦਾ ਉੱਧਰ ਹੀ ਆ ਗਿਆ। ਉਹ ਲੜਕਾ ਆਪਣੇ ਕਾਠ ਦੇ ਘੋੜੇ ਨੂੰ ਕਹਿਣ ਲੱਗਾ, ਕਾਠ ਦੇ ਘੋੜੇ ਪਾਣੀ ਪੀ, ਜੇ ਨਹੀਂ ਪੀਣਾ ਤਾਂ ਵੀ ਪੀ। ਰਾਜਾ ਇਹ ਸੁਣ ਕੇ ਹੱਸ ਪਿਆ ਤੇ ਕਹਿਣ ਲੱਗਾ, ਬੱਚੇ, ਕਦੇ ਕਾਠ ਦਾ ਘੋੜਾ ਵੀ ਪਾਣੀ ਪਿਆ ਕਰਦਾ ਹੈ। ਤਾਂ ਬੱਚੇ ਨੇ ਕਿਹਾ, ਰਾਜਾ ਜੀ, ਕਦੇ ਔਰਤਾਂ ਵੀ ਪੱਥਰ ਜੰਮਿਆ ਕਰਦੀਆਂ ਨੇ। ਰਾਜੇ ਨੂੰ ਪਿਛਲੀ ਗੱਲ ਯਾਦ ਆ ਗਈ। ਰਾਜੇ ਨੇ ਮਾਲੀ ਨੂੰ ਪੁੱਛਿਆ, ਮਾਲੀ, ਕੀ ਇਹ ਲੜਕਾ ਤੇਰਾ ਹੀ ਹੈ? ਇਹ ਕੀ ਕਹਿ ਰਿਹਾ ਹੈ? ਮਾਲੀ ਨੇ ਕਿਹਾ, ਰਾਜਾ ਜੀ, ਇਹ ਤੁਹਾਡਾ ਹੀ ਪੁੱਤਰ ਹੈ। ਅਸੀਂ ਤਾਂ ਇਸ ਨੂੰ ਪਾਲਿਆ ਹੈ। ਰਾਜੇ ਨੇ ਪੁੱਛਿਆ, ਇਹ ਤੇਰੇ ਕੋਲ ਕਿਵੇਂ ਆਇਆ? ਮਾਲੀ ਨੇ ਉੱਤਰ ਦਿੱਤਾ ਕਿ ਅੱਜ ਤੋਂ 5 ਸਾਲ ਪਹਿਲਾਂ ਸਵੇਰੇ ਜਦੋਂ ਮੈਂ ਬਾਗ ਵਿੱਚ ਪਾਣੀ ਲਾਉਣ ਗਿਆ ਤਾਂ ਮੇਰੀ ਕਹੀ ਇੱਕ ਚਾਟੀ ਵਿੱਚ ਜਾ ਵੱਜੀ। ਜਦੋਂ ਮੈਂ ਚਾਟੀ ਖੋਲ੍ਹ ਕੇ ਦੇਖੀ ਤਾਂ ਉਸ ਵਿੱਚ ਬੱਚਾ ਸੀ। ਤਾਂ ਰਾਜੇ ਸਾਰੀ ਗੱਲ ਸਮਝ ਗਿਆ ਤੇ ਮਹਿਲ ਆ ਕੇ ਉਸਨੇ ਦਾਈ ਨੂੰ ਬੁਲਾਇਆ ਤਾਂ ਇਸ ਬਾਰੇ ਪੁੱਛਿਆ। ਪਹਿਲਾਂ ਤਾਂ ਉਹ ਨਹੀਂ ਮੰਨੀ। ਜਦੋਂ ਰਾਜੇ ਨੇ ਉਸ ਨੂੰ ਧਮਕੀ ਦਿੱਤੀ ਤਾਂ ਉਸ ਨੂੰ ਸਾਰੀ ਗੱਲ ਉਸਨੇ ਦੱਸ ਦਿੱਤੀ ਤੇ ਵੱਡੀ ਰਾਣੀ ਨੇ ਉਸ ਨੂੰ ਸੋਨੇ ਦਾ ਹਾਰ ਦੇ ਕੇ ਉਸ ਦੇ ਬੱਚੇ ਨੂੰ ਚਾਟੀ ਵਿੱਚ ਪਾ ਕੇ ਬਾਗ ਵਿੱਚ ਦਬਾ ਦਿੱਤਾ ਕਿ ਬੱਚਾ ਆਪੇ ਹੀ ਮਰ ਜਾਵੇਗਾ। ਇਸ ਤੋਂ ਬਾਅਦ ਵੱਡੀ ਰਾਣੀ ਨੂੰ ਬੁਲਾਇਆ ਗਿਆ। ਪਹਿਲਾਂ ਤਾਂ ਉਹ ਨਹੀਂ ਮੰਨੀ ਪਰ ਬਾਅਦ ਵਿੱਚ ਜਦੋਂ ਰਾਜੇ ਨੇ ਧਮਕੀ ਦਿੱਤੀ ਤਾਂ ਉਹ ਸਾਰੀ ਗੱਲ ਮੰਨ ਗਈ। ਰਾਜੇ ਨੇ ਰਾਣੀ ਅਤੇ ਦਾਈ ਨੂੰ ਜ਼ਮੀਨ ਵਿੱਚ ਗੜ ਕੇ ਜਿਉਂਦਿਆਂ ਹੀ ਕੁੱਤਿਆਂ ਦੇ ਅੱਗੇ ਪੜਵਾਉਣ ਦੀ ਸਜ਼ਾ ਦੇ ਦਿੱਤੀ ਤੇ ਛੋਟੀ ਰਾਣੀ
ਨੂੰ ਨਵੇਂ ਕੱਪੜੇ ਪਾ ਕੇ ਉਸਦੇ ਪੁੱਤਰ ਨੂੰ ਉਸਦੀ ਝੋਲੀ ਵਿੱਚ ਪਾ ਦਿੱਤਾ। ਉਹ ਬੜੀ ਖੁਸ਼ ਹੋਈ। ਇਸ ਤਰ੍ਹਾਂ ਉਹ ਸਾਰੇ ਖੁਸ਼ੀ ਖੁਸ਼ੀ ਮਹਿਲ ਵਿੱਚ ਰਹਿਣ ਲੱਗੇ। ਬੱਚਿਓ, ਇਸ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲੀ? ਬੱਚਿਓ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਨਾਲ ਈਰਖਾ ਨਹੀਂ ਕਰਨੀ ਚਾਹੀਦੀ। ਈਰਖਾ ਕਰਨੀ ਮਾੜੀ ਗੱਲ ਹੈ ਅਤੇ ਪੈਸੇ ਦਾ ਲਾਲਚ ਕਿਸੇ ਦਾ ਬੁਰਾ ਵੀ ਨਹੀਂ ਕਰਨਾ ਚਾਹੀਦਾ। ਓਕੇ, ਥੈਂਕ ਯੂ।